ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਬਾਬਾ ਜੀ? ਇੱਥੋਂ ਬਾਹਰ ਦੇ ਰਹਿਣ ਵਾਲੇ। ਅੱਛਾ, ਇਹ ਜਿਹੜੇ ਆਪਣੇ ਤੁਹਾਡੇ ਪੋਤਰੇ ਦੇ ਉੱਤੇ ਇੱਕ ਇਲਜ਼ਾਮ ਲੱਗ ਕੀ ਤਾਂ ਕੀਤਾ ਗਿਣ ਲਓ, ਜਦੋਂ ਗਿਆ ਮੁੰਡਿਆਂ ਨਾਲ ਰਲ ਕੇ ਜਾ ਕੇ ਸਹੀ ਕੀਤਾ ਕੰਮ, ਆਪਦੀ ਢਿੱਡ ਬਦਲੇ ਕੀਤਾ। ਕਿੰਨਾ ਚਿਰ ਉਹ ਚੱਲਿਆ ਧੱਕੇ ਖਾਣ ਦੀ, ਬਜ਼ੁਰਗ ਤੋਂ ਉੱਥੇ ਰੋਣ ਲਏ, ਬੀਬੀਆਂ ਰੋਣ ਲਈਆਂ ਨੇ, ਉਹ ਵੀ ਗੁੱਸੇ ਦੇ ਮਾਰੇ ਚਲੇ ਗਏ। ਤੇ ਹੁਣ ਤਾਂ ਚਾਹੀਦੇ ਨਹੀਂ ਗੇ, ਕਾਨੂੰਨ ਚਾਹੀਦੇ ਨਹੀਂ ਇਸ ਤਰ੍ਹਾਂ ਕੇ। ਇਸ ਵਕਤ ਤੁਹਾਨੂੰ ਕਿਸੇ ਪਾਰਟੀ ਦੀ ਕੋਈ ਸਪੋਰਟ ਹੋਈ ਆ, ਕੋਈ ਆਇਆ ਤੁਹਾਡੇ ਵੱਲ ਜਾਂ ਉਧਰੋਂ ਪਾਰਟੀ ਵੱਲੋਂ ਹਾਂਜੀ ਨਹੀਂ ਸਾਰੀ ਆਇਆ। ਤੇ ਕੋਈ ਸਰਕਾਰ ਦੀ ਜਾਂ ਪੁਲਿਸ ਆਈ ਤੁਹਾਡੇ ਘਰ? ਪੁਲਿਸ ਆਈ ਆ, ਕੋਈ ਪੁੱਛ ਗਏ ਸੀ? ਇਹੋ ਪੁੱਛ ਕੇ ਤੁਹਾਡੇ ਉਹ ਜਿਸ ਤਰ੍ਹਾਂ ਵੀ ਕੌਣ ਸੀ, ਕਿੰਨੇ ਉਹਦੇ ਭੈਣ ਭਰਾ ਸੀ, ਕਿੰਨੀਆਂ ਧੀਆਂ ਭੈਣਾਂ ਸੀ, ਇਸ ਤਰ੍ਹਾਂ ਉਹ ਪੁੱਛ ਕੇ ਗਏ। ਤੇ ਜਿਹੜਾ ਪੁੱਤਰ ਤੁਹਾਡਾ ਕੋਈ ਕੰਮਕਾਰ ਕੀ ਕਰਦਾ ਸੀਗਾ? ਕੰਮ ਵਾਹੀ ਦਾ ਕਰਦਾ ਹੈ। ਕਿੰਨੇ? ਉਹਦੇ ਹਾਂਜੀ, ਉਹ 3 ਭੈਣਾਂ ਹੈ ਤੇ 2, ਇੱਕ ਇਕੱਲਾ ਬੱਚਾ ਜਗਰਾਜ ਇਕੱਲਾ। सरदार जी की नाम अपना जी? मेरा नाम प्रेम सिंह है जी। मैं इसे पिंड का वसनीक हाँ, पिंड वहाँ बाबा तारा सिंह जी का मैं वसनीक हाँ। साढ़े पुरखियां तो लैके असीं इत्थे रहन दे हैं और इत्थों दे असीं पक्के बशिंदे हैं। मैं थोड़ी शाम तो पहला भी असीं इत्थे ही और उस तो बाद भी ਜਿਹੜੇ ਇੱਥੇ ਹੀ ਰਹਿਣ ਦੇ। ਜਿਹੜੇ ਲਾਲ ਕਿਲੇ ਦੇ ਉੱਤੇ ਇੱਕ ਝੰਡਾ ਲਹਿਰਾਇਆ ਗਿਆ ਵਾ ਕੇਸਰੀ ਰੰਗ ਦਾ, ਉਹਦੇ ਤੇ ਵਾਰ-ਵਾਰ ਐਸਾ ਕੁਝ ਚੱਲ ਰਿਹਾ ਵਾ ਕਿ ਉਹ ਗਲਤ ਕੰਮ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਦੇਖੋ ਜੀ, ਉਹ ਮੈਂ ਅੱਗੇ ਵੀ ਇੱਕ ਇੱਥੇ ਟੀਵੀ ਵਾਲੇ ਆਏ ਸੀ, ਇੰਟਰਵਿਊ ਲਈ ਸੀ ਉਹਨਾਂ ਨੇ ਮੇਰੀ, ਤੇ ਮੈਂ ਬਿਲਕੁਲ ਸਪਸ਼ਟ ਕਰਦਾ ਹਾਂ ਕਿ ਉਹ ਜਿਹੜਾ ਕੋਈ ਗਿਣੀ ਮਿੱਠੀ ਸਾਜ਼ਿਸ਼ ਨਹੀਂ ਗੀ। ਉਹ ਆਮ ਜਿੱਦਾਂ ਪੂਰੇ ਪੰਜਾਬ ਵਿੱਚੋਂ, ਪੂਰੇ ਹਿੰਦੁਸਤਾਨ 'ਚੋਂ ਬੱਚੇ ਗਏ ਨੇ, ਉਹ ਬੱਚੇ ਵੀ ਮੈਂ ਤਾਂ ਕਹੂੰਗਾ ਕਿ ਇੱਕ ਡਰਾਮਾ ਜਾਂ ਸ਼ੋਅ ਮੰਨ ਲਓ ਕਿਸ ਤਰੀਕੇ ਨਾਲ ਇਕੱਠੇ ਹੋ ਕੇ ਚਲੇ ਗਏ ਨੇ ਉੱਥੇ। ਔਰ ਜਦੋਂ ਉੱਥੇ ਪਹੁੰਚ ਗਏ ਨੇ ਤੇ ਉੱਥੇ ਮੈਂ ਖੁਦ ਮਤਲਬ ਟੀਵੀ 'ਤੇ ਵੇਖਣ ਡਿਆ ਸੀ ਵੀ ਇੱਕ ਆਦਮੀ ਪਹਿਲਾਂ ਚੜ੍ਹਿਆ ਹੈ ਅਤੇ ਉਹਦੇ ਤੋਂ ਉੱਪਰ ਨਹੀਂ ਗਿਆ ਅਤੇ ਉਸ ਤੋਂ ਬਾਅਦ ਇਹ ਕਿਸੇ ਨੇ ਥੱਲਿਓਂ ਇਸ ਬੱਚੇ ਨੂੰ ਉਂਗਲ ਲਾਤੀ ਹੋਈ, ਜਵਾਨ ਹੈ ਵੀ ਇਹ ਤੂੰ ਚੜ੍ਹ ਜਾਣਾ, ਅਤੇ ਇਹ ਬੱਚਾ ਉੱਤੇ ਚੜ੍ਹ ਗਿਆ। ਉਹਨੇ ਨਿਸ਼ਾਨ ਜਿਹੜਾ ਸੀ ਜੋ ਉਹਦੇ ਹੱਥ ਵਿੱਚ ਸੀ, ਮੇਰਾ ਮਤਲਬ ਇਹ ਨਹੀਂ ਕਿ ਕੋਈ ਸਪੈਸ਼ਲ ਲੈ ਕੇ ਗਏ ਨੇ ਕਿ ਅਸਾਂ ਇਹ ਝੰਡਾ ਉੱਥੇ ਚੜ੍ਹਾਉਣਾ ਹੈ, ਉਹ ਆਮ ਟਰੈਕਟਰਾਂ 'ਤੇ ਨਿਸ਼ਾਨ ਲੱਗੇ ਨੇ। ਉੱਥੋਂ ਉਹਨੇ ਬੱਚੇ ਨੇ ਫੜ ਕੇ, ਅਤੇ ਜਿੱਥੋਂ ਤੱਕ ਮੇਰੀ ਸੋਚ ਆ ਮੇਰੀ ਵੀ ਉਹਨੇ ਬੱਚੇ ਨੇ ਉੱਥੇ ਲਾ ਦਿੱਤਾ, ਕਿਉਂਕਿ ਅਸੀਂ ਉਸ ਪਰਿਵਾਰ ਨਾਲ ਜੁੜੇ ਹੋਏ ਹਾਂ, ਇੱਥੋਂ ਸਾਡੇ ਪਿੰਡ ਦੇ ਨੇ ਉਹ, ਅਸੀਂ ਜਾਣਦੇ ਹਾਂ ਕਿ ਉਹ ਪਰਿਵਾਰ ਵਿੱਚ ਕੋਈ ਅਜਿਹਾ ਅਨਸਰ ਨਹੀਂ ਕਿ ਜੋ ਕੋਈ ਮਤਲਬ ਇਹਨੂੰ ਗਲਤ ਤਰੀਕੇ ਦੇ ਨਾਲ ਮਤਲਬ ਕਿ ਪੇਸ਼ ਆਇਆ ਹੋਵੇ ਹੁਣ ਤੱਕ, ਜਾਂ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਹੋਵੇ। ਨਹੀਂ, ਕਿਸਾਨਾਂ ਦੀ ਅਤੇ ਉਹ ਉੱਥੋਂ ਦੀ ਅੰਡਰਸਟੈਂਡਿੰਗ ਜੋ ਹੋਏਗੀ ਉਹਦੇ ਬਾਰੇ ਮੈਂ ਤਾਂ ਨਹੀਂ ਕੁਛ ਕਹਿ ਸਕਦਾ ਵੀ ਕਿਸਾਨਾਂ ਦੇ ਆਖੇ ਕੀਤਾ ਜਾਂ ਕਿਸੇ ਨੇ ਕੀਤਾ, ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਉਹ ਬੱਚਾ ਕਿਸੇ ਦੇ ਬਹਿਕਾਵੇ 'ਚ ਆ ਕੇ ਉੱਥੇ ਖਲੋਤਿਆਂ, ਜਿਸ ਤਰ੍ਹਾਂ ਕਿ ਨੋਰਮਲ ਆਪਾਂ ਇੱਥੇ ਖਲੋਤੇ ਹੋਈਏ, ਕਿਸੇ ਨੂੰ ਕਹਿ ਦੇ ਚੱਲ ਤੂੰ ਚੜ੍ਹ ਜਾ ਯਾਰ ਮਾਰ ਕੇ ਛਾਲ, ਆਮ ਤੌਰ 'ਤੇ ਗੱਲ ਹੋ ਜਾਂਦੀ ਆ, ਅਤੇ ਉਸ ਤਰੀਕੇ ਦੇ ਨਾਲ ਉਹ ਬੱਚਾ ਉੱਥੇ ਚੜ੍ਹ ਗਿਆ। ਕੋਈ ਉਹਦੀ ਮਤਲਬ ਕਿ ਜੇ ਆਪਾਂ ਕੋਈ ਬੈਕਗਰਾਊਂਡ ਜਾਂ ਉਹਦਾ ਕੋਈ ਇਹੋ ਜਿਹਾ ਇਤਿਹਾਸ ਨਹੀਂ ਗਾ ਪਿਛਲਾ ਕਿ ਉਹਨਾਂ ਨੇ ਕੋਈ ਮਾੜਾ ਕੰਮ ਕੀਤਾ ਹੋਵੇ, ਜਾਂ ਉਹ ਸਾਡੇ ਦੇਸ਼ ਦੇ ਵਿਰੋਧੀ ਹੋਣ, ਮਤਲਬ ਕਿ ਸਾਡੇ ਦੇਸ਼ ਵਿਰੋਧੀ ਤਾਕਤਾਂ ਨਾਲ ਜੁੜੇ ਹੋਣ, ਇਹੋ ਜਿਹਾ ਕੋਈ ਮਤਲਬ ਸਾਡੀ ਨਜ਼ਰ ਤੇ ਪਿੰਡ ਵਿੱਚ ਵੇਖਣ ਨੂੰ ਨਹੀਂ। ਸਰਦਾਰ ਜੇ ਉਹ ਖਾਲਿਸਤਾਨੀ ਝੰਡਾ ਨਾ, ਫਿਰ ਤੇ ਹਿੰਦੁਸਤਾਨ 'ਚ ਹਰ ਗੁਰਦੁਆਰੇ ਉੱਤੇ ਖਾਲਿਸਤਾਨੀ ਝੰਡਾ ਲੱਗਾ ਹੋਇਆ। ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਆ, ਇਹ ਜਿਹਨੂੰ ਅਸੀਂ ਕੇਸਰੀ ਨਿਸ਼ਾਨ ਕਹਿੰਦੇ। ਤੁਸੀਂ ਇਹ ਵੇਖੋ ਕਿ ਉਹ ਨਿਸ਼ਾਨ ਹੈ, ਤਿਕੋਨਾ ਨਿਸ਼ਾਨ ਆ, ਉਹਦੇ ਵਿੱਚ 2 ਤਲਵਾਰਾਂ ਵਿੱਚ ਖੰਡੇ ਦਾ ਉਹ ਬਣਿਆ ਹੋਇਆ, ਔਰ ਹਰ ਸਾਡੇ ਧਾਰਮਿਕ ਸਥਾਨ ਦੇ ਉੱਤੇ ਲੱਗਾ ਹੋਇਆ। ਇਹ ਖਾਲਿਸਤਾਨੀ ਝੰਡਾ ਨਹੀਂ ਗਾ। ਖਾਲਿਸਤਾਨੀ ਝੰਡਾ ਨਾ ਤਾਂ ਮੈਂ ਵੇਖਿਆ ਅਤੇ ਨਾ ਮੈਨੂੰ ਰੂਪ ਰੇਖਾ ਦਾ ਪਤਾ, ਪਰ ਹਾਂ ਜਦੋਂ ਸੁਣੀਦਾ ਵੀ ਖਾਲਿਸਤਾਨੀ ਆਏ ਨੇ, ਖਾਲਿਸਤਾਨ ਝੰਡਾ ਲਹਿਰਾਤਾ, ਅਸੀਂ ਇਹ ਚੀਜ਼ਾਂ ਦਿਲਚਸਪੀ ਨਹੀਂ ਰੱਖਦੇ ਅਤੇ ਨਾ ਕਦੇ ਕੋਸ਼ਿਸ਼ ਕੀਤੀ ਆ ਵੀ ਉਹ ਝੰਡਾ ਕਿਹੋ ਜਿਹਾ। ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਹ ਸਾਡਾ ਸਿੱਖ ਕੌਮ ਦਾ ਮਤਲਬ ਕਿ ਸਾਡਾ ਨਿਸ਼ਾਨ ਆ, ਕੇਸਰੀ ਨਿਸ਼ਾਨ ਅਸੀਂ ਇਹਨੂੰ ਆਉਂਦੇ ਹਾਂ, ਔਰ ਇਹ ਸਾਡੇ ਹਰ ਧਰਮ ਸਥਾਨ ਦੇ ਉੱਤੇ, ਗੁਰਦੁਆਰੇ ਦੇ ਉੱਤੇ ਲੱਗਾ ਹੋਇਆ। आम आदमी पार्टी के सभी राष्ट्रीय परिषद के सदस्यों का मैं स्वागत करता हूं, सबको अभिनंदन करता हूं, सबको नमस्कार। दिल्ली के चुनाव के बाद ये पहली बार हम लोगों को मिलने का मौका हो रहा है, तो सबसे पहले आप सब लोगों को बधाई देना चाहता हूं कि आपकी पार्टी ने दिल्ली के चुनावों में शानदार जीत हासिल की है। अभी तक दिल्ली में हम विधानसभा लेवल पे 3 चुनाव लड़े हैं और हर चुनाव एक तरह से ऐतिहासिक हुआ है। पहला चुनाव था, नई पार्टी बनी थी, 1 साल बाद चुनाव 2012 26 नवंबर 2012 को पार्टी बनी थी।
और मेरे ख्याल से 8 दिसंबर 2013 को चुनाव था, 1 साल बाद। 1 साल बाद एक नई पार्टी चुनाव लड़े और पहली बार में ही उस राज्य के अंदर सत्ता में आ जाए, ऐसा भारत के इतिहास में कभी देखा नहीं गया। तो उस मायने में पहला चुनाव हमारा ऐतिहासिक था कि दिल्ली की जनता ने अपार विश्वास, अपार प्रेम आम आदमी पार्टी को दिया और हमें पहली बार मौका दिया सरकार चलाने का। और आपकी पार्टी ने मात्र 49 दिन में ऐसी सरकार चलाई कि अगली बार लोगों ने 70 में से आपको 67 सीट दे दी। तो दूसरा चुनाव अपने आप में ऐतिहासिक था कि 70 में से 67 सीट आई अपनी, जो कि आज तक कभी किसी पार्टी को इतना जबरदस्त बहुमत अपने देश में नहीं मिला। और तीसरा चुनाव था, लोग कहते हैं 5 साल सरकार चला लो तो एंटी इनकम्बेंसी हो जाती है, लोग नाराज हो जाते हैं, लोगों की अलग अलग शिकायतें होती हैं। लेकिन तीसरा चुनाव हमने अपने काम के बल पे लड़ा। हमने ऐलान किया कि भाई अगर काम किया हो तो वोट देना, अगर काम नहीं किया हो तो वोट मत देना। और तीसरा चुनाव उस तरह से ऐतिहासिक था कि इतना, दूसरी बार जब पार्टी चुनाव लड़ी तीसरी बार, तो इतना जबरदस्त बहुमत आम आदमी पार्टी को, रिपीट बहुमत आम आदमी पार्टी को मिलना, ये अपने आप में एक ऐतिहासिक था। इस चुनाव में हम लोगों ने काम की राजनीति को और विकास की राजनीति को इस देश में पहली बार स्थापित किया। आज तक इस देश में कोई ऐसी पार्टी नहीं आई जिसने खुल के सीना चौड़ा करके कहा हो कि स्कूल बनवाए हैं इसलिए वोट देना, अस्पताल बनवाए हैं इसलिए वोट देना, बिजली ठीक करिए इसलिए वोट देना। नहीं तो इस देश के अंदर वो आके कहते हैं भाई तुम हिंदू हो, हम हिंदू हैं, हिंदू हिंदू को वोट देना, तुम मुसलमान हो, हम मुसलमान हैं, मुसलमान मुसलमान को वोट देना, तुम ठाकुर हो, तुम बनिए हो, तुम ये हो। ਲਾਲ ਕਿਲੇ ਦੇ ਵਿੱਚ ਜਿਹੜਾ ਕੁਝ ਸ਼ਰਾਰਤੀ ਤੱਤਾਂ ਨੇ ਕਿਸਾਨਾਂ ਨਾਲ ਮਿਲ ਕੇ ਤਿਰੰਗੇ ਦਾ ਅਪਮਾਨ ਕੀਤਾ। ਜਿਹੜਾ ਲਾਲ ਕਿਲਾ ਦੇਸ਼ ਦੀ ਆਨ ਔਰ ਸ਼ਾਨ ਹੈ। 15 ਅਗਸਤ ਔਰ 26 ਜਨਵਰੀ ਨੂੰ ਹਮੇਸ਼ਾ ਉੱਥੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ। ਅਸੀਂ ਉਹਨੂੰ ਸੈਲੂਟ ਕਰਦੇ ਹਾਂ। ਲਾਲ ਕਿਲੇ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਕੋਈ ਹੋਰ ਝੰਡਾ, ਧਾਰਮਿਕ ਝੰਡਾ ਲਗਾਉਣਾ ਉਹ ਗਲਤ ਹੈ। ਜਿਹੜਾ ਧਾਰਮਿਕ ਝੰਡਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅੱਛਾ ਲੱਗਦਾ ਹੈ, ਇਹ ਲਾਲ ਕਿਲੇ ਦੇ ਵਿੱਚ ਨਹੀਂ ਲੱਗਦਾ। ਪਰ ਕੁਝ ਸ਼ਰਾਰਤੀ ਲੋਕ ਜਿਹੜੇ ਹੈ ਉਹਨਾਂ ਨੇ ਉੱਥੇ ਝੰਡਾ ਆਪਣਾ ਧਾਰਮਿਕ ਝੰਡਾ ਲਗਾ ਕੇ ਸਾਡਾ ਦੇਸ਼ ਦਾ ਔਰ ਤਿਰੰਗੇ ਦਾ ਅਪਮਾਨ ਕੀਤਾ। ਉਹ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਔਰ ਮੈਂ ਇਹ ਸਮਝਦਾ ਕੁਝ ਸ਼ਰਾਰਤੀ ਲੋਕ ਜਿਹੜੇ ਬਾਹਰ ਬੈਠੇ ਹੈ, ਨੌਜਵਾਨਾਂ ਨੂੰ ਉਕਸਾ ਕੇ ਫੰਡ ਭੇਜ ਕੇ ਸਾਡੇ ਦੇਸ਼ ਦੇ ਹਾਲਾਤ, ਖਾਸ ਕਰ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ। ਅਸੀਂ ਪੰਜਾਬ ਦੇ ਹਾਲਾਤ ਕਦੇ ਵੀ ਖਰਾਬ ਹੋਣ ਦੇਂਗੇ। ਪੰਜਾਬ ਦੇ ਹਾਲਾਤ ਅੱਗੇ ਅਸੀਂ ਦੇਖੇ ਹੋਏ ਆ। ਸੰਨ 1947 ਤੋਂ ਲੈ ਕੇ 2020 ਅੱਜ ਤੱਕ 1965 ਦੇ ਵਿੱਚ ਵੀ ਪੰਜਾਬੀ ਸੂਬੇ ਦੇ ਵਿੱਚ ਬੜੇ ਹਾਲਾਤ ਖਰਾਬ ਹੋਏ ਸੀ। ਔਰ 1984 ਤੋਂ ਲੈ ਕੇ 92 ਦੇ ਵਿੱਚ ਵੀ ਬੜੇ ਹਾਲਾਤ ਖਰਾਬ ਹੋਏ ਆ। 3 ਦਿਨ ਕਰਫਿਊ ਲੱਗਦਾ ਰਿਹਾ। ਸਾਡੇ ਤੇ ਵੀ, ਮੇਰੇ ਤੇ ਵੀ ਫਾਇਰਿੰਗ ਹੋਈ 1992 'ਚ। ਔਰ ਮੈਂ ਸਮਝਦਾ ਦ੍ਰਿਸ਼ੀ ਵਿੱਚ ਨਿਹੱਥੇ ਲੋਕਾਂ ਨੂੰ ਮਾਰਿਆ। ਹਿੰਦੂ ਲੋਕ ਬੜੇ ਪਰੇਸ਼ਾਨ ਹੈ। ਔਰ ਮੈਂ ਇਹ ਸਮਝਦਾ ਕਿ ਇਹ ਜਿਹੜੇ ਸ਼ਰਾਰਤੀ ਲੋਕ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਔਰ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਹੈ ਕਿਸਾਨ ਅੰਦੋਲਨ ਜੋ ਮਰਜ਼ੀ ਕਰਨ, ਸ਼ਾਂਤੀਪੂਰਨ ਕਰਨ, ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ 'ਚ। ਪਰ ਜਿਹੜਾ ਲਾਲ ਕਿਲੇ ਦੇ ਵਿੱਚ ਕੱਲ੍ਹ ਜਿਹੜਾ ਹੋਇਆ 26 ਜਨਵਰੀ ਨੂੰ, ਉਹ ਬਹੁਤ ਹੀ ਦੁਖਦਾਈ ਘਟਨਾ ਕਰੀ ਹੈ। ਉਹਨਾਂ ਨੇ ਤਿਰੰਗਾ ਉੱਥੇ ਲਹਿਰਾਣਾ ਚਾਹੀਦਾ ਸੀ, ਨਾ ਕਿ ਧਾਰਮਿਕ ਕੋਈ ਝੰਡਾ ਉੱਥੇ ਲੱਗਣਾ ਚਾਹੀਦਾ। ਬਿਲਕੁਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਮੈਂ ਇਹਦੀ ਨਿਖੇਧੀ ਕਰਦਾ ਕਿਉਂਕਿ ਜਿਹੜਾ ਸਾਡਾ ਦੇਸ਼ ਹੈ ਔਰ ਪੰਜਾਬ ਕਰਕੇ ਖੁਸ਼ਹਾਲ ਹੈ। ਪਰ ਅਸੀਂ ਹਰ 20 ਸਾਲ ਬਾਅਦ ਮੈਂ ਦੇਖਦਾ ਆ ਰਿਹਾ, ਮੇਰੀ ਉਮਰ ਵੀ 65 ਸਾਲ ਹੋ ਗਈ ਹੈ, ਮੈਂ ਹਰ 20 ਸਾਲ ਬਾਅਦ ਦੇਖਦਾ ਪੰਜਾਬ ਦੇ ਹਾਲਾਤ ਕਰਨ ਦੀ ਕੋਸ਼ਿਸ਼ ਹੈ। ਪੰਜਾਬ ਇੱਕ ਬਾਰਡਰ ਦਾ ਏਰੀਆ ਹੈ, ਉੱਥੇ ਹਾਲਾਤ ਖਰਾਬ ਹੋਣ ਤੋਂ ਬਾਅਦ ਉਹ ਕਹਿੰਦੇ ਸਾਡੇ ਹਿੰਦੁਸਤਾਨ ਦੇ ਹਾਲਾਤ ਖਰਾਬ ਹੋ ਸਕਦੇ। ਪਰ ਅੱਜ ਦੀ ਡੇਟ ਦੇ ਵਿੱਚ ਮੈਂ ਦੇਖ ਰਿਹਾ ਜਿਹੜਾ ਲਾਲ ਕਿਲੇ ਵਿੱਚ ਵਾਕਿਆ ਹੋਇਆ ਉਹ ਪੰਜਾਬ 'ਤੇ ਅਸਰ ਜ਼ਰੂਰ ਪਏਗਾ। ਔਰ ਮੈਂ ਇਹ ਅਸੀਂ ਹੁਣ ਦੇਣਾ ਨਹੀਂ ਚਾਹੁੰਦੇ। ਇਹ ਹੋ ਸਕਦਾ ਕਿ ਇੱਥੇ ਦੇ ਪੰਜਾਬ ਦੇ ਹਾਲਾਤ
ਦੁਬਾਰਾ ਉਹ ਆ ਸਕਦੇ ਆ। ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਇਹਨਾਂ ਨਾਲ ਸਖਤੀ ਦੇ ਵਿੱਚ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ। ਜਿਨ੍ਹਾਂ ਨੇ ਵੀ ਉੱਥੇ ਕੋਈ ਕਾਂਡ ਕੀਤਾ ਲਾਲ ਕਿਲੇ ਦੇ ਵਿੱਚ, ਮੈਂ ਤਾਂ ਕਹਿੰਦਾ ਉਹਨਾਂ ਨੂੰ 307 ਕੇ ਉਹਨਾਂ ਨੂੰ ਫਾਂਸੀ ਦੇ ਆਰਡਰ ਦੇ ਦੇਣੇ ਚਾਹੀਦੇ ਆ, ਕਿਉਂਕਿ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਕਰਨਗੇ। ਕਿਉਂਕਿ ਕਿਸਾਨ ਲੋਕ ਕਰਨ ਸ਼ਾਂਤੀਪੂਰਨ, ਜਿੱਥੇ ਮਰਜ਼ੀ ਕਰਨ, ਕਿਸਾਨ ਧਰਨੇ ਦੇਣ, ਜੋ ਮਰਜ਼ੀ ਕਰਨ, ਪਰ ਲਾਲ ਕਿਲੇ ਦੇ ਸਾਡੀ ਆਨ ਔਰ ਸ਼ਾਨ ਹੈ ਦੇਸ਼ ਦੀ, ਔਰ ਤਿਰੰਗਾ ਸਾਡਾ, ਅਸੀਂ ਉਹਨੂੰ ਸਲੂਟ ਕਰਦੇ ਹਾਂ। ਪਰ ਇਹੋ ਜਿਹੇ ਹਾਲਾਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਬਿਲਕੁਲ ਠੀਕ ਕੀਤਾ ਉਹਨਾਂ ਨੇ। ਜਿਹੜੀਆਂ ਦੋ ਜਥੇਬੰਦੀਆਂ ਅਲੱਗ ਹੋਈਆਂ, ਉਹਨਾਂ ਨੇ ਦੇਖਿਆ ਕਿ ਇਹ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਕੁਝ ਲੋਕ, ਸ਼ਰਾਰਤੀ ਲੋਕ, ਪਰ ਉਹਨਾਂ ਨੇ ਬਹੁਤ ਅੱਛਾ ਕੀਤਾ ਇਹਨਾਂ ਨੂੰ ਆਪਣੇ ਸਾਈਡ ਤੇ ਹੋ ਕੇ। ਕੁਝ ਹੋਰ ਜਥੇਬੰਦੀਆਂ ਵੀ ਹੈਗੀਆਂ ਜਿਹੜਾ ਕੁਝ ਫੰਡ ਲੈ ਕੇ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ, ਹਾਲਾਤ ਖਰਾਬ ਕਰਨ। ਅਸੀਂ ਇਹਦੀ ਮੈਂ ਦੇ ਸ਼ਬਦਾਂ ਨਾਲ ਨਿਖੇਧੀ ਕਰਦਾ। ਪਰਿਵਾਰ ਇਹ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ, ਸਾਡੇ ਹਿੰਦੁਸਤਾਨ ਦਾ ਮਾਹੌਲ ਖਰਾਬ ਨਾ ਹੋਵੇ, ਔਰ ਅਸੀਂ ਇਹਨੂੰ ਉਸ ਨਜ਼ਰੀਏ ਨਾਲ ਦੇਖਦੇ ਹਾਂ ਕਿ ਲਾਲ ਕਿਲੇ ਦੇ ਵਿੱਚ ਜਿਹੜਾ ਵੀ ਇਹਨਾਂ ਨੇ ਸ਼ਰਾਰਤ ਕੀਤੀ ਹੈ ਉਹਦੇ 'ਤੇ ਨਕੇਲ ਪਾਣੀ ਚਾਹੀਦੀ ਹੈ, ਔਰ ਪੰਜਾਬ ਖੁਸ਼ਹਾਲੀ ਦੇ ਰਾਹ 'ਤੇ ਜਾਣਾ ਚਾਹੀਦੀ। ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਇਹਦੇ 'ਤੇ ਸਖਤੀ 'ਤੇ ਐਕਸ਼ਨ ਲੈਣਾ ਚਾਹੀਦਾ। ਕੋਈ ਵੀ ਹੋਵੇ ਉਹਨੂੰ ਨਕੇਲ ਪਾਣੀ, 307 ਦੇ ਪਰਚੇ ਕੀਤੇ ਗਏ, ਮੈਂ ਕਹਿੰਦਾ ਇਹਨਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਐਸੇ ਹਾਲਾਤ ਦੀਪ ਸਿੱਧੂ ਦੇ ਪਰਚਾ ਹੋਣਾ ਚਾਹੀਦਾ, ਔਰ 307 ਦਾ ਕਿ ਮੈਂ ਕਹਿੰਦਾ ਉਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਦੀਪ ਸਿੱਧੂ ਕੌਣ ਹੁੰਦਾ ਹੈ? ਲਾਲ ਕਿਲੇ ਦੇ ਵਿੱਚ ਝੰਡਾ, ਧਾਰਮਿਕ ਝੰਡਾ ਲਹਿਰਾਣਾ, ਧਾਰਮਿਕ ਝੰਡਾ ਲਾਣਾ, ਗੁਰਦੁਆਰਾ ਸਾਹਿਬ 'ਚ ਜਾਣ ਔਰ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਜਾਣ, ਉੱਥੇ ਝੰਡੇ ਲਹਿਰਾਣ, ਉਹਨੂੰ ਅਸੀਂ ਨਮਸਕਾਰ ਕਰੀਏ। ਬਹੁਤ ਘਟੀਆ ਹੋ ਗਈ। ਜੋ ਰੂਟ ਸੰਘਰਸ਼ ਕਮੇਟੀ ਦੇ ਸਤਿਕਾਰਯੋਗ ਲੀਡਰ ਸਾਹਿਬਾਨਾਂ ਨੇ ਦਿੱਲੀ ਦੀ ਪੁਲਿਸ ਨਾਲ ਮਿਲ ਕੇ ਤੈਅ ਕੀਤਾ ਸੀਗਾ, ਉਸ ਰੂਟ ਨੂੰ ਭਟਕਾਉਣ ਵਾਲੇ ਕੌਣ ਲੋਕ ਹੈਗੇ ਆ? ਔਰ ਨੌਜਵਾਨਾਂ ਦੇ ਇੱਕ ਵੱਡੇ ਵਰਗ ਨੂੰ ਬਰਗਲਾ ਕੇ ਭਟਕਾ ਕੇ ਆਪਣੇ ਅਸਲ ਮਕਸਦ ਤੋਂ ਕਿਹੜੇ ਲੋਕ ਹੈਗੇ ਜਿਹੜੇ ਲਾਲ ਕਿਲੇ ਵੱਲ ਲੈ ਕੇ ਗਏ ਆ? ਕੇਂਦਰ ਦੀ ਸਾਜ਼ਿਸ਼ ਅੰਦੋਲਨ ਨੂੰ ਪਾੜ ਕੇ ਕਮਜ਼ੋਰ ਕਰਨ ਦੀ ਸਫਲ ਕੇਂਦਰ ਸਰਕਾਰ ਵੱਲੋਂ ਅੱਜ ਇਹ ਗੱਲ ਹਰ ਬੰਦੇ ਦੀ ਜ਼ੁਬਾਨ ਦੇ ਉੱਤੇ ਆ ਕਿ ਤਕਰੀਬਨ ਸਿੰਘੂ ਬਾਰਡਰ ਤੋਂ ਲਾਲ ਕਿਲਾ 30-35 ਅੰਦਾਜ਼ਨ ਤੌਰ ਤੇ ਮੈਂ ਕਹਾਂ ਤੇ 30-35 ਕਿਲੋਮੀਟਰ ਦੂਰ ਹੋਏਗਾ। ਹੁਣ ਐਡੇ ਲੰਬੇ ਰਸਤੇ ਦੇ ਉੱਤੇ ਦੇਸ਼ ਦੀ ਰਾਜਧਾਨੀ ਤੇ ਸਾਡੇ ਦੇਸ਼ ਦਾ ਇਹ ਕਹੂੰਗਾ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਤੋਂ ਉੱਤੇ ਲਾਲ ਕਿਲਾ, ਜਿਹਦੀ ਫਸੀਲ ਦੇ ਉੱਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਂਦਾ, ਜਿਹਦੀ ਫਸੀਲ ਦੇ ਉੱਤੋਂ ਪ੍ਰਧਾਨ ਮੰਤਰੀ ਸੰਬੋਧਨ ਕਰਦਾ ਕੌਮ ਨੂੰ, ਦੇਸ਼ ਵਾਸੀਆਂ ਨੂੰ, ਉਹ ਲਾਲ ਕਿਲੇ ਤੱਕ ਐਡਾ ਵੱਡਾ ਰੂਟ ਲੰਬਾ ਤੇ ਪੁਲਿਸ ਕਿੱਥੇ ਹੈਗੀ? ਇੱਕ ਸੇਫ ਰੂਟ ਦਿੱਤਾ ਗਿਆ, ਉੱਥੋਂ ਤੱਕ ਇਹ ਹੜਦੁੰਗੀ ਜਿਹੜੇ ਚੰਦ ਲੋਕ ਅਗਵਾਈ ਕਰਕੇ ਭੋਲੇ ਭਾਲੇ ਸਾਡੇ ਯੂਥ ਨੂੰ ਵਰਗਾਉਂਦੇ ਹੋਏ ਉੱਥੇ ਤੱਕ ਲੈ ਕੇ ਗਏ। ਉਹਨਾਂ ਨੂੰ ਇੱਕ ਰਸਤਾ ਮੁਹੱਈਆ ਕਰਾਉਣ ਦੇ ਵਿੱਚ ਕੇਂਦਰ ਸਰਕਾਰ ਦੀ, ਤੇ ਉੱਥੇ ਜਾ ਕੇ ਜੋ ਹੋਇਆ ਉਹ ਸ਼ਰਮਨਾਕ ਆ। ਸਾਡਾ ਵਿਰੋਧ ਹੈਗਾ। ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੂੰ MSP ਦਾ ਰਸਤਾ ਦਿਖਾਇਆ। ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੂੰ ਇੱਕ ਪਲੇਟਫਾਰਮ, ਇੱਕ ਸਟੇਜ ਤੇ ਲੈ ਕੇ ਆਂਦਾ। ਸਾਡਾ ਵਿਰੋਧ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ। ਸਾਡਾ ਸੰਘਰਸ਼ ਕਿਸਾਨਾਂ ਦਾ, ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ, ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਾਡਾ ਸੰਘਰਸ਼ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ, ਨਾ ਕਿ ਜੋ ਕੱਲ ਲਾਲ ਕਿਲੇ ਦੇ ਉੱਤੇ ਵਾਪਰਿਆ ਬਿਲਕੁਲ ਨਹੀਂ ਹੈਗਾ। ਉਹ ਅੱਜ ਹੋਰ ਚਿੰਤਾਜਨਕ ਤੇ ਅਫਸੋਸ ਆ ਕਿ ਕੇਂਦਰ ਸਰਕਾਰ, ਜਿਹੜੀ ਮੂਕ ਦਰਸ਼ਕ ਕੇਂਦਰ ਸਰਕਾਰ ਨੇ ਖੁਦ ਇਹ ਲਾਲ ਕਿਲੇ ਦੇ ਉੱਤੇ ਹਜੂਮ ਨੂੰ ਚਾੜਨ ਦੇ ਵਿੱਚ ਇੱਕ ਸੀਕ੍ਰੇਟ ਮੀਟਿੰਗ ਦੇ ਤਹਿਤ ਇਹ ਸਾਰਾ ਪ੍ਰੋਗਰਾਮ ਲਿਖਿਆ, ਤੇ ਅੱਜ FIR ਕਿਤੇ ਦਰਜ ਹੁੰਦੀ ਆ ਬਲਵੀਰ ਸਿੰਘ ਰਾਜੇਵਾਲ, ਉਗਰਾਹਾਂ ਸਾਹਿਬ, ਟਕੈਤ ਸਾਹਿਬ, ਮਤਲਬ ਕਿ ਉਹ ਜੀਨੀਅਸ ਕਿਸਾਨ ਲੀਡਰ, ਉਹ ਬੁੱਧੀਮਾਨ ਕਿਸਾਨ ਆਗੂ ਜਿਹੜੇ ਪਿਛਲੇ 60 ਦਿਨ ਤੋਂ ਦਿੱਲੀ ਬਾਰਡਰ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਪਹੁੰਚੇ ਹੋਏ ਕਿਸਾਨਾਂ ਨੂੰ ਅਨੁਸ਼ਾਸਨ ਦੇ ਵਿੱਚ ਰੱਖ ਕੇ ਲਾਮਬੰਦ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਇਸ ਤਰੀਕੇ ਦਬਾਅ ਬਣਾਉਣ ਦੇ ਵਿੱਚ ਆਪਣੀ ਬੁੱਧੀਮਾਨਤਾ ਕਾਰਨ ਸਫਲ ਹੋਏ। ਅੱਜ ਕੇਂਦਰ ਸਰਕਾਰ ਉਹਨਾਂ ਦੇ ਉੱਤੇ FIR ਦਰਜ ਕਰ ਰਹੀ ਹੈ, ਜਦਕਿ ਉਹ ਕਿਸਾਨ ਲੀਡਰ ਨੇ ਕੱਲ ਸਸਪੈਂਡ ਕੀਤੀ ਆਪਣੀ ਯਾਤਰਾ ਵੀ, ਆਪਣੀ ਕਿਸਾਨ ਪਰੇਡ ਵੀ। ਉਹਨਾਂ ਨੇ ਦੇਖਿਆ ਵੀ ਇਹ
ਕੁਝ ਚੰਦ ਇੱਕ ਦੋ ਬੰਦੇ ਨੌਜਵਾਨਾਂ ਨੂੰ ਬਰਗਲਾ ਕੇ ਲਾਲ ਕਿਲ੍ਹਾ ਤੇ ਲੈ ਕੇ ਹੜਦੁੰਬ ਹੋਇਆ ਔਰ ਉਹਨਾਂ ਨੇ ਜਿਹੜੀ ਆਪਣੇ ਦਿੱਲੀ ਪੁਲਿਸ ਦੇ ਨਾਲ ਤੈਅਸ਼ੁਦਾ ਰੂਟ ਦੇ ਉੱਤੇ ਕਿਸਾਨ ਪਰੇਡ ਸੀ ਉਹਨੂੰ ਵੀ ਸਸਪੈਂਡ ਕਰ ਦਿੱਤਾ, ਮੁਅੱਤਲ ਕਰਕੇ ਵਾਪਸ ਬਾਰਡਰਾਂ ਦੇ ਉੱਤੇ ਆ ਗਏ। ਤੇ ਦਿੱਲੀ ਦੀ ਕੇਂਦਰ ਸਰਕਾਰ ਮੋਦੀ ਦੀ ਡਿਕਟੇਟਰਸ਼ਿਪ ਦਾ ਮੈਂ ਕਹੂੰਗਾ ਇੱਕ ਹੋਰ ਨਮੂਨਾ ਕਿ ਉਹ ਕਿਸਾਨ ਲੀਡਰਾਂ ਦੇ ਉੱਤੇ FIR ਦੇਣ ਲੱਗ ਗਏ। ਅੱਜ ਅਫਸੋਸ ਹੈਗਾ, ਅੱਜ ਦੁੱਖ ਹੈ ਕਿ ਇਸ ਮਹਾਨ ਦੇਸ਼ ਦੀ ਪਰੰਪਰਾ ਨੂੰ ਤੋੜਨ ਵਾਸਤੇ ਕੇਂਦਰ ਸਰਕਾਰ ਦੀ ਸਾਜ਼ਿਸ਼, ਕੇਂਦਰ ਸਰਕਾਰ ਨੇ ਕੋਝਾ ਹੱਥਕੰਡਾ ਅਪਣਾਉਂਦੇ ਹੋਏ ਇਹ ਘਟੀਆ ਹਰਕਤ ਕੀਤੀ ਹੈ। ਤੇ ਉਦੋਂ ਮਾੜੀ ਹਰਕਤ ਕਿਸਾਨ ਲੀਡਰਾਂ ਦੇ ਉੱਤੇ ਜਿਹੜੇ FIR ਤੇ ਪਰਚੇ। ਸੋ ਮੇਰੀ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਹੈਗੀ ਆ ਕਿ ਜ਼ਾਬਤੇ ਦੇ ਵਿੱਚ ਰਹਿ। ਅਸੀਂ ਕਿੰਨੀ ਵਾਰ ਬਾਰਡਰਾਂ ਦੇ ਉੱਤੇ ਗਏ ਆ, ਕੋਈ ਕਿਸੇ ਦੇ ਨਾਲ ਮਤਭੇਦ ਨਹੀਂ। ਅਸੀਂ ਆਪਣੀ ਸਟੇਟ ਨੂੰ ਬਚਾਉਣਾ। ਸਾਡੀ ਸਟੇਟ ਤਾਂ ਬਚਦੀ ਹੈ ਜੇ ਖੇਤੀ ਬਚਦੀ ਹੈ, ਕਿਉਂਕਿ ਖੇਤੀ ਸਾਡੀ ਸਟੇਟ ਦਾ ਆਰਥਿਕ ਧੁਰਾ ਹੈਗੀ ਆ। ਜੇ ਸਾਡਾ ਆਰਥਿਕ ਧੁਰਾ ਟੁੱਟ ਗਿਆ ਤੇ ਫਿਰ ਸਾਡੀ ਸਟੇਟ ਖਤਮ ਹੈ। ਸਾਡੀ ਸਟੇਟ ਦੇ ਪੱਲੇ ਕੁਝ ਨਹੀਂ ਜੇ ਖੇਤੀਬਾੜੀ ਨਹੀਂ ਬਚਦੀ। ਸੋ ਮੇਰੀ ਪੰਜਾਬ ਦੇ ਆਵਾਮ ਨੂੰ ਅਪੀਲ ਹੈ ਕਿ ਜਿਹੜਾ ਬਾਰਡਰਾਂ ਦੇ ਉੱਤੇ ਅੰਦੋਲਨ ਦੁਬਾਰਾ ਸੂਬਿਆਂ ਲੀਡਰਾਂ ਨੇ ਤੋਰਿਆ, ਉੱਥੇ ਗਿਣਤੀ ਫਿਰ ਵਧਾਉਣੀ ਪੈਣੀ ਆ। ਕੇਂਦਰ ਸਰਕਾਰ ਦੇ ਛੱਡੇ ਹੋਏ ਤੀਰਾਂ ਨੂੰ ਤੋੜਨ ਵਾਸਤੇ, ਘਟੀਆ ਹੱਥਕੰਡਿਆਂ ਨੂੰ ਖਤਮ ਕਰਨ ਵਾਸਤੇ ਸਾਨੂੰ ਫਿਰ ਬਾਰਡਰਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਚੰਗਾ ਮਜ਼ਬੂਤ ਕਰਕੇ ਇਹਨਾਂ ਕਾਲੇ ਕਾਨੂੰਨਾਂ ਦੀ ਸਮਾਪਤੀ ਤੱਕ ਅੰਦੋਲਨ ਕਰਨਾ ਪੈਣਾ। ਇਸ ਵਾਸਤੇ ਜਿਹੜੇ ਕੁਝ ਚੰਦੋ ਲੋਕ ਜਿਹੜੇ BJP ਦੇ ਹੱਥ ਠੋਕਾ ਬਣ ਕੇ ਦਿੱਲੀ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਵਿੱਚ ਸਫਲ ਹੋਏ ਆ, ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਬਾਰਡਰਾਂ ਦੇ ਉੱਤੇ ਚੱਲ ਰਹੇ ਅੰਦੋਲਨ ਦੇ ਵਿੱਚ ਭਰਪੂਰ ਯੋਗਦਾਨ ਦਿਓ। 101% ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਇਸ ਤਾਕ ਦੇ ਵਿੱਚ, ਇਸ ਫਿਰਾਕ ਦੇ ਵਿੱਚ ਸੀ ਕਿ ਇਸ ਅੰਦੋਲਨ ਨੂੰ ਪਾੜਨਾ ਕਿਵੇਂ ਆ, ਕਮਜ਼ੋਰ ਕਿਵੇਂ ਕਰਨਾ। ਕਦੇ ਉੱਥੇ ਬੈਠੇ ਅੰਦੋਲਨਕਾਰੀ ਲੋਕਾਂ ਨੂੰ ਵੱਖਵਾਦੀ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ NIA ਦੇ ਨੋਟਿਸ, ਹਰ ਹੱਥਕੰਡਾ ਵਰਤਿਆ ਮੋਦੀ ਦੀ ਸਰਕਾਰ ਨੇ, ਮੋਦੀ ਐਂਡ ਕੰਪਨੀ ਨੇ, ਪਰ ਉਹ ਨਿਸਫਲ ਹੋ ਗਏ, ਵਿਫਲ ਹੋ ਗਏ। ਇਹ ਹੱਥਕੰਡਾ ਕਿਉਂਕਿ ਮੀਟਿੰਗ ਦਰ ਮੀਟਿੰਗ ਪੋਸਟਪੋਨ ਪੈਂਡਿੰਗ ਕਰਦੇ ਹੋਏ ਅੰਤ ਦੇ ਵਿੱਚ 26 ਜਨਵਰੀ ਵਾਲਾ ਪ੍ਰੋਗਰਾਮ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਇੱਕ ਸੇਫ ਰਸਤਾ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਸਰਕਾਰ ਦਾ ਤੇ ਸ਼ਰਾਰਤੀ ਤੱਤਾਂ ਨੂੰ ਅਗਵਾਈ ਕਰਨ ਵਾਲੇ ਲੋਕਾਂ ਦਾ ਤੈਅਸ਼ੁਦਾ ਪ੍ਰੋਗਰਾਮ, ਉਹ ਪ੍ਰੋਗਰਾਮ ਚਾੜਨ ਦੇ ਵਿੱਚ ਕੇਂਦਰ ਸਰਕਾਰ ਸਫਲ ਹੋਈ ਆ। ਜਿਹੜੀ ਰਾਜੇਵਾਲ ਸਾਹਿਬ ਤੇ ਦੂਜੇ ਕਿਸਾਨ ਲੀਡਰ ਗੱਲ ਕਹਿੰਦੇ ਉਹ ਬਿਲਕੁਲ ਦਰੁਸਤ ਹੈਗੀ ਆ। ਪਰ ਅੱਜ ਜਿੱਥੇ ਦੁੱਖ ਤੇ ਅਫਸੋਸ ਹੈ, ਉੱਥੇ ਅੱਜ ਸਾਨੂੰ ਸਤਰਕ ਹੋਣ ਦੀ ਹੋਰ ਜ਼ਰੂਰਤ ਆ। ਆਪਾਂ ਚੰਦ ਖਰੀਦੇ ਹੋਏ ਬੰਦਿਆਂ ਦੇ ਮਗਰ ਲੱਗ ਕੇ ਐਡਾ ਵੱਡਾ ਅੰਦੋਲਨ ਬਿਨਾਂ ਕਿਸੇ ਪ੍ਰਾਪਤੀ ਤੋਂ ਵਾਪਸ ਆ ਜਾਈਏ, ਇਹ ਅੱਜ ਚਿੰਤਾ ਦਾ ਵਿਸ਼ਾ ਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਅੰਦੋਲਨ ਜਿਹੜਾ ਬਾਰਡਰਾਂ ਦੇ ਉੱਤੇ ਚੱਲ ਰਿਹਾ, ਇਸ ਅੰਦੋਲਨ ਨੂੰ ਹੋਰ ਤਾਕਤਵਰ ਕਰਨ ਵਾਸਤੇ ਕਿਸਾਨ, ਮਜ਼ਦੂਰ ਤੇ ਲੀਡਰ ਦਾ ਹੌਸਲਾ ਵਧਾਉਣ ਵਾਸਤੇ ਬਹੀਰਾਂ ਘੱਟ ਕੇ ਬਾਰਡਰਾਂ ਦੇ ਉੱਤੇ ਜਾਣਾ ਚਾਹੀਦਾ। ਬੜਾ ਦੁੱਖ ਤੇ ਅਫਸੋਸ ਹੋਇਆ ਜਿਹੜਾ ਮੇਰਾ ਖਿਆਲ ਉੱਤਰਾਖੰਡ ਤੋਂ ਆਇਆ ਹੈ ਕਿਸਾਨ ਸੀਗਾ, ਉਹਦੀ ਮੌਤ ਹੋਈ ਆ। ਇਹ ਲੋਕ ਜਿਹੜੇ ਰਾਜਨੀਤਿਕ ਆ, ਕਿਸਾਨ ਲੀਡਰਾਂ ਦੀ ਸੂਝਬੂਝ ਤਾਂ ਇਸ ਗੱਲ ਦੇ ਵਿੱਚ ਰਹੀ ਕਿ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦੇ ਰਾਜਨੀਤਿਕ ਲੀਡਰਾਂ ਨੂੰ ਦਰਕਨਾਰ ਕੀਤਾ, ਪਰ ਉਹਦੇ ਪਿੱਛੇ ਵੀ ਇੱਕ ਸਾਜ਼ਿਸ਼ ਹੈਗੀ ਆ। ਉੱਤਰਾਖੰਡ ਦੇ ਵਿੱਚੋਂ ਕੌਣ ਗਿਆ ਬਰਗਲਾਉਣ ਵਾਸਤੇ? ਉਹ ਚੱਲੇ ਹੋਏ ਕਾਰਤੂਸ ਬਾਦਲ ਐਂਡ ਕੰਪਨੀ ਦੇ ਲੋਕ ਬਰਗਲਾ ਕੇ ਉੱਥੇ ਹਿੰਸਕ ਪ੍ਰਦਰਸ਼ਨ ਵਾਸਤੇ ਉਕਸਾਉਂਦੇ ਆ ਕਿਸਾਨਾਂ ਨੂੰ। ਸੋ ਦੁੱਖ ਆ, ਚਾਹੇ ਉਹ ਸੱਟਾਂ ਵੱਜੀਆਂ, ਚਾਹੇ ਉਹ ਮੌਤ ਹੋਈ ਆ, ਚਾਹੇ ਉਹ ਜਵਾਨ ਦੀ ਆ ਤੇ ਚਾਹੇ ਕਿਸਾਨ ਦੀ ਆ। ਦੁੱਖ ਤੇ ਅਫਸੋਸ ਹੈ ਸਾਡੀ ਪ੍ਰਾਪਤੀ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ, ਉਸ ਅੰਦੋਲਨ ਦੀ ਪ੍ਰਾਪਤੀ ਵੱਡੀ ਇਸੇ ਗੱਲ ਦੇ ਉੱਤੇ ਮਨਸਰ ਆ ਕਿ ਅੱਜ ਤੱਕ ਅੰਦੋਲਨ ਹਿੰਸਕ ਨਹੀਂ ਹੋਇਆ ਸੀਗਾ। ਅੰਦੋਲਨ ਨੂੰ ਹਿੰਸਕ ਕਰਨ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਸੀਗੀਆਂ। ਸੋ ਇਹ ਜਿਹੜੀ ਛੋਟੀ ਜਿਹੀ ਸਾਜ਼ਿਸ਼ ਸਫਲ ਹੋਈ ਆ, ਮੇਰਾ ਖਿਆਲ ਹੈ ਕਿ ਜੇ ਅਸੀਂ ਸਾਰੇ ਸਤਰਕ ਹੋ ਜਾਈਏ, ਅਸੀਂ ਆਪਣਾ ਪੁਰਾਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਬਾਰਡਰਾਂ ਦੇ ਉੱਤੇ ਅੰਦੋਲਨ ਦਾ, ਉਹਨੂੰ ਚੰਗਾ ਤਕੜਾ ਕਰ ਲਈਏ ਤੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ रद्द करने पैंगे। 1978 में हुई थी। 78 में एक हॉबी थी मेरी, जो हॉबी को मैं अपने क्या कहते हैं शौक़ को पूरा करती थी। सारा रोज़ नई नई चीज़ें बनाती थी, क्योंकि मेरे बच्चे हॉस्टल में थे, तो इसलिए मेरे पास टाइम बहुत होता था, तो मैं सारा दिन कुछ करने को नहीं था। मेरे को आदत नहीं थी कहीं बाहर घूमने की।
तो मैं जब घर में बनाती थी अपने लोगों के बच्चों को बुलाती रहती थी, अपने फ्रेंड्स के बच्चों को औरों को बुला के खिलाने में शौक करती थी और देन सबको फ्रेंड्स को बुला लेती थी और सब तारीफ़ करते थे बहुत ज़्यादा। तो कई फ्रेंड्स हमें कहते थे कि आप इसमें क्या कहते हैं काम क्यों नहीं करती तू। मैंने कहा मैं कौन सा काम करना है लुधियाना, ऐसे कौन सा काम है जो मैंने करना। कहते इसी चीज़ का काम कर तू। तो मैंने कहा मैं पागल हूँ, मैं नहीं करती ऐसे काम, ये काम थोड़े करने वाला जो करूँगी। तो कहते नहीं नहीं कर कर तो इतनी बढ़िया बनाती है तू। फिर उसके बाद मैंने आइसक्रीम से स्टार्ट किया था, आइसक्रीम बनानी शुरू की, केक्स बनाने पुडिंग किचन से स्टार्ट किया था। अपने किचन से सिर्फ 300 रुपये की एक मशीन ला के, हैंड चर्नर मशीन ला के मैंने आइसक्रीम बनानी शुरू की। उसके बाद में मैं थोड़ी बड़ी सी ले आई चर्नर, उसके साथ साथ स्टॉल्स लगाने शुरू किए। तो देखा कि सक्सेस बहुत ज़्यादा है। क्वालिटी के स्टॉल्स के पास कोई जाता ही नहीं था, सब मेरे पास आते थे। तो मेरे को लगता था कि मेरी अच्छी तो आइसक्रीम, पहले तो मेरे को शक था कि शायद मेरे से तो कोई खरीदेगा नहीं, सब क्वालिटी के जाएंगे, मेरे पास कौन आएगा। तो देन उनको ये चीज़ का फिर बहुत ज़्यादा मेरे को अंदर से विश्वास जागने लगा कि नहीं लोगों को मेरी ज़रूरत है। तो लोगों ने फिर उसके बाद मेरे को कहना शुरू कर दिया कि आप हमारी पार्टी के लिए बना दो। तो मैंने कहा नहीं बनाना, मैंने नहीं बनाना, मैंने ये काम नहीं करना। तो उन्होंने कहते थे हम तो बनवाएंगे, तो जैसे मर्जी कर, हमने बनवाना ही बनवाना है तेरे से। मेरे हस्बैंड का सपोर्ट था। अब बाकी शहर के लोगों की तरफ से तो टोटली नेगेटिविटी आती थी। लोग कहते थे क्या पागल हो गई, इसका दिमाग ख़राब है, पता नहीं क्यों काम करती है, औरतें थोड़े ऐसे काम करती हैं, घर का नाम बदनाम होता है, इतने बड़े शहर घर से बिलोंग करती है। क्योंकि हम भी शहर के बड़े माने जाने लोग थे पुराने। मेरे इन लॉज जो थे, मेरे फादर इन लॉ, हमारा आड़त का काम था, आड़त और फाइनेंसिंग का काम था। नौजवानों को मैं यही संदेश देना चाहूँगी कि वो बहुत काम में आगे बढ़ें, खूब अच्छे तरीके और सच्चे दिल से और मेहनत से काम करें, और मेहनत से काम करें और सच्चाई के साथ काम करें। जहाँ पर हम धोखाबाजी करने की शुरू करेंगे और गलत चीज़ें इस्तेमाल करेंगे और गलत चीज़ें तरीके से काम करेंगे तो काम कभी नहीं चलेगा। सोचते ये बहुत ज़रूरी है कि आप अच्छाई से काम करें। किसान मजदूर संघर्ष कमेटी का सूबा जनरल ਸਕੱਤਰ ਸਰਵਣ ਸਿੰਘ ਪੰਧੇਰ ਬੋਲਦਾ ਜੀ। और लगातार ਦਿੱਲੀ ਦੇ ਬਾਰਡਰਾਂ ਤੇ ਮੋਰਚਾ ਜਿਹਨੂੰ 2 ਮਹੀਨੇ ਤੋਂ ਉੱਪਰ ਗਏ ਉਸੇ ਤਰ੍ਹਾਂ ਜਾਰੀ ਹੈ ਜਿਸ ਤਰ੍ਹਾਂ ਪਹਿਲੋਂ ਜਾਰੀ ਸੀਗਾ। ਤੁਸੀਂ ਕਿਸੇ ਅਫਵਾਹ 'ਚ ਨਾ ਆਓ, ਮੋਰਚਾ ਪਹਿਲੋਂ ਵੀ ਚੱਲਦਾ ਸੀ, ਹੁਣ ਵੀ ਜਾਰੀ ਹੈ ਤੇ ਅੱਗੇ ਵੀ ਜਾਰੀ ਰਹੂਗਾ ਜਿੰਨਾ ਚਿਰ ਸਮੁੱਚੀਆਂ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਹ ਤੋਂ ਗਾਹਾਂ ਜਿਹੜੇ ਇਸ ਅੰਦੋਲਨ ਦੇ ਵਿੱਚ ਗੋਲੀ ਚਲਾਈ ਗਈ ਆ, ਹੰਝੂ ਗੈਸ ਦੀ ਵਰਤੋਂ ਕੀਤੀ ਗਈ ਆ, ਇਹ ਤੋਂ ਗਾ ਲਾਠੀ ਚਾਰਜ ਹੋਇਆ ਵਾ ਤੇ ਲਾਲ ਕਿਲੇ ਦੀ ਆੜ ਦੇ ਵਿੱਚ ਜਿਵੇਂ ਕਿਸਾਨ ਆਗੂਆਂ ਤੇ ਪਰਚੇ ਕੀਤੇ ਗਏ ਆ, ਉਹਦੇ ਖਿਲਾਫ 1, 2, 3 ਫਰਵਰੀ ਨੂੰ ਪੂਰੇ ਪੰਜਾਬ ਦੇ ਜਥੇਬੰਦਕ ਖੇਤਰ ਤੇ ਪਿੰਡ ਫਤਰੀ ਪਿੰਡ ਹਰ ਪਿੰਡ ਦੇ ਵਿੱਚ ਅਰਥੀ ਫੂਕ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਜਾਣਗੇ। ਬਾਕੀ ਦੇਸ਼ ਵਾਸੀਆਂ ਨੂੰ ਹੋਰ ਲੋਕਾਂ ਨੂੰ ਬੇਨਤੀ ਆ, ਭਰਾਓ ਆਪੋ ਆਪਣੇ ਇਲਾਕਿਆਂ ਵਿੱਚ ਤੁਸੀਂ ਜਿਵੇਂ ਸਰਕਾਰ ਨੇ ਤਸ਼ੱਦਦ ਕੀਤਾ ਉਹਦਾ ਵਿਰੋਧ ਕਰੋ, ਜਿਹੜੇ ਕਿਸਾਨ ਲੀਡਰਾਂ ਤੇ ਨਜਾਇਜ਼ ਪਰਚੇ ਕੀਤੇ ਆ ਉਹਨਾਂ ਦਾ ਵਿਰੋਧ ਕਰੋ। ਅੱਜ ਸਾਡੇ ਸਿੰਘੂ ਕੁੰਡਲੀ ਬਾਰਡਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੋਂ ਜਿਹੜੇ ਮਾਵਾਂ ਦੇ ਪੁੱਤ ਸ਼ਹਾਦਤ ਦੇ ਗਏ ਆ ਉਹਨਾਂ ਲਈ ਅਰਦਾਸ ਕੀਤੀ ਜਾਊਗੀ, ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾਊਗਾ। ਜਿਹੜੇ ਜ਼ਖਮੀ ਹੋਏ ਆ ਉਹਨਾਂ ਸਾਰਿਆਂ ਦੀ ਸਿਹਤਯਾਬੀ ਦੀ ਜਿਹੜੀ ਆ ਉਹ ਅਰਦਾਸ ਕੀਤੀ ਜਾਊਗੀ। ਇਸ ਦੇ ਨਾਲ ਭਰਾਵੋ ਆਪਣਾ ਮਾਲਵੇ ਤੇ ਦੁਆਬੇ ਦਾ 6ਵਾਂ ਜਥਾ 5 ਫਰਵਰੀ ਨੂੰ 6ਵਾਂ ਜਥਾ ਹਜ਼ਾਰਾਂ ਟਰੈਕਟਰ ਟਰਾਲੀ ਲੈ ਕੇ ਦਿੱਲੀ ਸਿੰਘੂ ਕੁੰਡਲੀ ਬਾਰਡਰ ਤੇ ਪਹੁੰਚੂਗਾ। ਸੋ ਇਸ ਕਰਕੇ ਜਿਹੜੇ ਕਿਸਾਨ ਆਉਣਾ ਚਾਹੁੰਦੇ ਹੋਣ ਟਰੈਕਟਰ ਟਰਾਲੀਆਂ ਲੈ ਕੇ ਸਾਰਾ ਪ੍ਰਬੰਧ ਕਰਕੇ ਇਸ ਮੋਰਚੇ ਵਿੱਚ ਪਹੁੰਚਣ। ਸੋ ਭਰਾਵੋ ਚੜ੍ਹਦੀ ਕਲਾ 'ਚ ਰਹੋ, ਸਹੀ ਰਹੋ, ਸਭ ਕੁਝ ਠੀਕ ਹੋਣਾ ਵਾ। ਧੰਨਵਾਦ। ਕੱਲ ਜੋ ਦਿੱਲੀ ਦੇ ਵਿੱਚ 26 ਜਨਵਰੀ ਨੂੰ ਟਰੈਕਟਰ ਰੈਲੀ ਨਿਕਲਣੀ ਸੀਗੀ, ਉਹਦੇ ਵਿੱਚ ਜੋ ਕੁਝ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ। ਮੈਂ ਸਮਝਦਾ ਵਾਂ ਕਿ ਕਦੀ ਕਿਸਾਨਾਂ ਨੇ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੀ ਸਟੇਜ ਤੇ ਨਹੀਂ ਆਉਣ ਦਿੱਤਾ ਸੀਗਾ। ਇੱਕ ਨਾ ਦੀਪ ਸਿੱਧੂ ਕਰਕੇ ਬਹੁਤ ਉਛਲਿਆ ਹੋਇਆ ਹੈ, ਉਸ ਦੀ ਟੋਟਲ ਇਨਕੁਆਇਰੀ ਹੋਣੀ ਚਾਹੀਦੀ ਹੈ। ਲੇਕਿਨ ਕਿਤੇ ਨਾ ਕਿਤੇ ਅਕਾਲੀ ਦਲ ਦਾ ਰੋਲ ਕਿਸੇ ਨੂੰ ਨਹੀਂ ਪਤਾ। ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਅਮਨ ਗਿੱਲ, ਜਿਹੜਾ ਅਮਨਦੀਪ ਸਿੰਘ ਖਾਲਸੇ ਦੇ ਨਾਂ ਤੋਂ ਇਹਦੀ ਵੈਬਸਾਈਟ ਹੈ, ਇਹ ਅਮਨ ਗਿੱਲ ਦਾ ਜੋ ਰੋਲ ਰਿਹਾ
ਉਹ ਲਿੰਕ ਮੈਂ ਤੁਹਾਨੂੰ ਸਾਰੇ ਸ਼ੇਅਰ ਕਰ ਰਿਹਾ ਕਿਵੇਂ ਇਹ 3 ਵੀਲਰ ਤੇ ਬੱਚੇ ਲੈ ਕੇ ਆਂਦਾ ਹੈ, ਮੁੰਡੇ ਲੈ ਕੇ ਆਂਦਾ ਹੈ ਔਰ 3 ਵੀਲਰ ਤੇ ਲਾਲ ਕਿਲੇ ਪਹੁੰਚਦਾ। ਲਾਲ ਕਿਲੇ ਦੇ ਅੰਦਰ ਜਿੱਥੋਂ ਰਸਤਾ ਉੱਪਰ ਜਾਂਦਾ, ਜਿੱਥੇ ਪ੍ਰਧਾਨ ਮੰਤਰੀ ਝੰਡਾ ਝੁਲਾਉਂਦਾ ਹੈ, ਉਸ ਜਗ੍ਹਾ ਦੇ ਉੱਤੇ ਕਿਵੇਂ ਇੰਸਟਰਕਸ਼ਨਸ ਦੇ ਰਿਹਾ, ਕੀ ਕੰਮ ਕਰਦਾ ਪਿਆ ਹੈ। ਔਰ ਇਹਦੀ ਬੈਕਗ੍ਰਾਉਂਡ ਇਹ ਹੈ ਕਿ ਇਹ ਅਕਾਲੀ ਦਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਿਹਾ ਯੂਥ ਦਾ, ਇਹ ਅਕਾਲੀ ਦਲ ਦੇ IT ਵਿੰਗ ਦਾ ਪ੍ਰਧਾਨ ਹੈ ਜ਼ਿਲ੍ਹਾ ਮੋਗਾ ਦਾ, ਇਹ ਫਰੀਦਕੋਟ ਹਲਕੇ ਦਾ ਇਲੈਕਸ਼ਨ ਇੰਚਾਰਜ ਹੈ ਮੈਂਬਰ ਪਾਰਲੀਮੈਂਟ ਸੀਟ ਤੇ। ਇਹ ਤੁਸੀਂ ਦੇਖ ਸਕਦੇ ਹੋ, ਇਹ ਮੈਂ ਟਿਕ ਲਾਇਆ, ਇਹ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਸਟੇਜ ਸ਼ੇਅਰ ਕਰਦਾ ਪਿਆ। ਇਹ ਲਾਲ ਕਿਲੇ ਕੱਲ ਇਹਦਾ ਤੁਸੀਂ ਇਹਦੇ ਲਿੰਕ ਤੋਂ ਤੇ ਅੰਦਰਲੀਆਂ ਸਾਰੀਆਂ ਗੱਲਾਂ ਦੇਖੋਗੇ। ਕੱਲ ਇਹ 4:09 ਤੇ ਫੋਟੋ ਪਾ ਰਿਹਾ ਲਾਲ ਕਿਲੇ ਦੇ ਅੱਗੇ ਖੜੇ ਹੋਣ ਦੀ। ਮੈਂ ਪੁੱਛਣਾ ਚਾਹਨਾ, ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਪੰਥ ਦੀ ਪਾਰਟੀ ਸਮਝੀ ਜਾਂਦੀ ਸੀ, ਜਿਹੜੀ ਕਿਸਾਨਾਂ ਦੀ ਪਾਰਟੀ ਸਮਝੀ ਜਾਂਦੀ ਸੀ। ਪੰਥ ਨੂੰ ਕਿਵੇਂ ਰੋਲਿਆ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੱਦਾਂ ਕਰਾਈ, ਆਪਣੀਆਂ ਟਿਕਟਾਂ ਪਿੱਛੇ ਡੇਰੇ ਨੂੰ ਮਾਫੀ ਕਿੱਦਾਂ ਦਿੱਤੀ, ਇਹਨੂੰ ਇੱਕ ਪਾਸੇ ਛੱਡ ਦਿਓ। ਲੇਕਿਨ ਜਿਹੜਾ 3 ਮਹੀਨਿਆਂ 4 ਮਹੀਨਿਆਂ ਤੋਂ ਕਿਸਾਨਾਂ ਦਾ ਸ਼ਾਂਤਮਈ ਮੋਰਚਾ ਚੱਲਦਾ ਪਿਆ ਸੀ, ਕੱਲ ਜੋ ਨੰਗਾ ਨਾਚ ਇਹਨਾਂ ਨੇ ਲਾਲ ਕਿਲੇ ਤੇ ਕੀਤਾ ਅਕਾਲੀ ਦਲ ਦੇ ਸਪਾਂਸਰ ਕਰਕੇ, ਕਿਤੇ ਮਨਜਿੰਦਰ ਸਿੰਘ ਸਿਰਸਾ ਇੱਕ ਦਿਨ ਪਹਿਲੇ ਟਰੈਕਟਰ ਚਲਾ ਰਹੇ ਨੇ, ਕਹਿੰਦੇ ਨੇ ਅਸੀਂ ਰਿਹਰਸਲ ਕਰ ਰਹੇ ਹਾਂ 26 ਜਨਵਰੀ ਦੀ, ਤੇ 26 ਜਨਵਰੀ ਵਾਲੇ ਦਿਨ ਸਟੇਜ ਤੇ ਹੀ ਨਹੀਂ ਆਉਂਦੇ ਕਿਤੇ, ਕਿਉਂਕਿ ਪਤਾ ਸੀ ਕੀ ਕੁਝ ਹੋਣਾ, ਘਰ ਹੀ ਬੈਠੇ ਰਹੇ। ਮੈਂ ਸਮਝਦਾ ਵਾਂ ਕਿ ਇਹ ਬੰਦੇ ਦਾ 48 ਘੰਟੇ ਦਾ ਰਿਕਾਰਡ, ਇਹ ਦੋਨੋਂ ਬੰਦਿਆਂ ਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਦਾ ਰਿਕਾਰਡ ਲੈਣਾ ਚਾਹੀਦਾ। ਇਹਨਾਂ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ, ਇਹਨਾਂ ਨੇ ਕਿਸਾਨਾਂ ਦੇ ਮੋਰਚੇ ਨੂੰ ਬਦਨਾਮ ਕੀਤਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਇੰਨੇ ਕਿਸਾਨ ਆਏ, ਏਡੇ ਟਰੈਕਟਰ ਆਏ, ਕੋਈ ਸ਼ੋਰੂਮ ਲੁੱਟਿਆ ਗਿਆ, ਕਿਸੇ ਨਾਲ ਕੋਈ ਬਦਤਮੀਜ਼ੀ ਹੋਈ ਕਿਸੇ ਲੇਡੀ ਦੇ ਨਾਲ, ਜਾਂ ਕੋਈ ਹੋਰ ਕੰਮ ਹੋਇਆ? ਲੇਕਿਨ ਇਹਨਾਂ ਨੇ ਜਿਹੜੀ ਅੱਗ ਲਗਾਈ ਉੱਥੇ ਨੁਕਸਾਨ ਹੋਇਆ, ਉੱਥੇ ਮਾਰ ਕੁਟਾਈ ਹੋਈ ਦੋਵਾਂ ਪਾਸਿਓਂ, ਪੁਲਿਸ ਵਾਲੇ ਪਾਸਿਓਂ ਵੀ ਤੇ ਕਿਸਾਨਾਂ ਵਾਲੇ ਪਾਸਿਓਂ ਵੀ। ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੀ ਪੋਲੀਟੀਕਲ ਜ਼ਮੀਨ ਗਵਾ ਚੁੱਕਾ ਹੈ, ਉਸ ਨੂੰ ਹਾਸਲ ਕਰਨ ਵਾਸਤੇ ਉਹ ਕੌਮ ਦੀ ਪਿੱਠ 'ਚ ਛੁਰਾ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ, ਉਹ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਤੋਂ ਗੁਰੇਜ਼ ਨਹੀਂ ਕਰ ਰਿਹਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦਿਖਾ ਕੇ ਆਪਣੀਆਂ ਵਜ਼ੀਰੀਆਂ ਲੈਣ ਵਾਸਤੇ ਉਸ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ। ਮੇਰਾ ਖਿਆਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਫਾਈ ਦੇਣੀ ਚਾਹੀਦੀ ਹੈ ਇਸ ਬੰਦੇ ਦੇ ਰੋਲ ਦੇ ਉੱਤੇ। ਸੈਕੰਡਲੀ, ਜਦੋਂ ਇਹ ਸਾਰਾ ਕੁਝ ਹੋਇਆ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਚੈਨਲ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਸ ਟਾਈਮ ਤੇ ਕਿਵੇਂ ਉੱਥੇ ਪਹੁੰਚ ਗਏ? ਸਾਨੂੰ ਵੀ ਨਹੀਂ ਪਤਾ ਸੀ ਲਾਲ ਕਿਲੇ ਕੁਝ ਹੋਣਾ, ਲੇਕਿਨ ਇਹ ਸਾਰੇ ਕਿੱਦਾਂ ਪਹੁੰਚ ਜਾਂਦੇ ਨੇ ਔਰ ਕਿਸ ਤਰੀਕੇ ਨਾਲ? ਦੀਨਾਨਗਰ ਹਲਕਾ ਜਿਹੜਾ ਲੰਮੇ ਸਮੇਂ ਤੋਂ ਗੱਠਜੋੜ ਜਦ ਚੱਲਦਾ ਸੀ, ਇੱਥੋਂ ਕੈਂਡੀਡੇਟ ਗੱਠਜੋੜ ਵਾਲੇ ਲੜਾਉਂਦੇ ਸਨ, ਮਗਰ ਪਹਿਲੀ ਵਾਰੀ ਇੱਥੇ 15 ਵਾਰਡਾਂ ਹੁਣ ਤੱਕੜੀ ਚੋਣ ਨਿਸ਼ਾਨ ਤੇ ਸ਼੍ਰੋਮਣੀ ਅਕਾਲੀ ਦਲ ਲੜਨ ਲੱਗਿਆ। ਉਹਦੀ ਸ਼ੁਰੂਆਤ, ਦਫ਼ਤਰ ਦਾ ਉਦਘਾਟਨ ਅੱਜ ਇੱਥੇ ਕਰਨ ਵਾਸਤੇ ਸਾਰੀ ਜਥੇਬੰਦੀ ਆਈ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਲੋਕ ਇੱਕ ਨਵੀਂ ਓਪਰਚੁਨਿਟੀ, ਇੱਕ ਨਵੀਂ ਸੋਚ ਨੂੰ ਮੌਕਾ ਦੇਣਗੇ, ਕਿਉਂਕਿ ਦੋਵੇਂ ਪਾਰਟੀਆਂ, ਚਾਹੇ ਉਹ ਭਾਜਪਾ ਹੈ ਤੇ ਚਾਹੇ ਕਾਂਗਰਸ ਹੈ, ਲੰਮਾ ਸਮਾਂ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਹੈ, ਮਗਰ ਜੋ ਇਲਾਕੇ ਦਾ ਹਾਲ ਹੈ, 15 ਸਾਲ ਇੱਥੋਂ ਸਤਿਕਾਰਯੋਗ ਭੈਣ ਜੀ ਅਰਨਾ ਜੀ ਵਜ਼ੀਰ ਵੀ ਹੁਣ ਨੇ, ਪਹਿਲਾਂ MLA ਵੀ ਰਹੇ ਆ, ਮਗਰ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਸਕੂਲ ਨਵਾਂ ਨਹੀਂ, ਇੱਕ ਕਾਲਜ ਨਵਾਂ ਨਹੀਂ, ਹਸਪਤਾਲ ਦਾ ਹਾਲ ਦੇਖ ਲਓ ਜਾ ਕੇ, ਦੂਰ ਤਾਂ ਜਾਣ ਦੀ ਲੋੜ ਨਹੀਂ। ਆ ਬੱਤੀ ਦਾ ਹੀ ਹਾਲ ਵੇਖ ਲਓ, ਇੱਕ ਵੀ ਬੱਤੀ ਸ਼ਹਿਰ 'ਚ ਚੱਲਦੀ ਨਹੀਂ। ਔਰ ਜਿਸ ਤਰੀਕੇ ਦੇ ਬਿਜਲੀ ਦੇ ਜੋ ਰੇਟ ਹੋਇਆ ਜਾਂ ਹੁਣ ਵੀ ਕੱਟ ਲੱਗਿਆ, ਔਰ ਲੋਕਾਂ ਨੂੰ ਜੋ ਵਾਅਦੇ ਹੋਏ ਸਨ, ਚਾਹੇ ਉਹ ਆਟੇ ਦਾਲ ਦੇ ਆ, ਚਾਹੇ ਘਰ ਘਰ ਨੌਕਰੀ ਦੇ ਆ, ਚਾਹੇ ਉਹ ਕਰਜ਼ਾ ਮਾਫੀ ਦੇ ਆ, ਚਾਹੇ ਉਹ 51,000 ਸ਼ਗਨ ਸਕੀਮ ਦੇ ਆ, ਚਾਹੇ ਉਹ ਬੁਢਾਪਾ ਪੈਨਸ਼ਨ 2,000 ਰੁਪਏ ਕਰਨੀ ਸੀ, ਇਹ ਸਾਰੀ ਗੱਲਾਂ ਦੇ ਸਵਾਲ ਲੋਕਾਂ ਨੇ ਉਹਨਾਂ ਨੂੰ ਪੁੱਛਣੇ ਆ, ਕਿਉਂਕਿ 4 ਸਾਲ ਸਰਕਾਰ ਦੇ ਪੂਰੇ ਹੋ ਗਏ ਆ, ਅਖੀਰਲਾ ਸਾਲ ਆ, ਪੁੱਠੀ ਗਿਣਤੀ ਸ਼ੁਰੂ ਹੈ ਤੇ ਕੰਮ ਕਾਂਗਰਸ ਪਾਰਟੀ ਦਾ ਜਦ ਵਜ਼ੀਰ ਦਾ ਹੀ ਜ਼ੀਰੋ ਹੈ ਤੇ ਬਾਕੀ ਪਾਰਟੀ ਦੇ ਕੀ ਹਾਲ ਹੈ ਤੁਹਾਡੇ ਸਾਹਮਣੇ। ਕਿਸਾਨ ਇਸ ਧਰਤੀ ਮਾਤਾ ਦਾ, ਇਸ ਧਰਤੀ ਦਾ ਸਤਿਕਾਰ ਕਰਦਾ ਔਰ ਉਹਨਾਂ ਦੇ ਸੁਪੁੱਤਰ ਬਾਰਡਰ ਤੇ ਦੇਸ਼ ਲਈ ਲੜਦੇ, ਇਸ ਲਈ ਉਹ ਕਦੇ ਵੀ ਇਹ ਦੇਸ਼ ਦੀ ਸ਼ਾਨ ਦੇ ਖਿਲਾਫ ਕੋਈ ਕੰਮ ਕਰ ਹੀ ਨਹੀਂ ਸਕਦੇ। ਮੇਰਾ ਵੀਰ ਇੱਕ ਗੱਲ, ਸਨੀ ਦਿਓਲ ਜੀ ਨੂੰ ਮੇਰੇ ਸਿੱਧੇ ਸਵਾਲ, ਸਨੀ ਦਿਓਲ ਜੀ ਜਦੋਂ ਤੁਸੀਂ ਜਾ ਕੇ PMO 'ਚ ਫੋਟੋ ਲਵਾਈ ਸੀ, ਇਹ ਬੰਦਾ ਤੇ ਇਹਦੇ ਸਾਥੀ ਜਿਹੜੇ ਇਹਨਾਂ ਦੇ ਨਾਲ ਹੈ, ਮਗਰ ਇਹ ਬੰਦਾ ਤੁਹਾਡੇ ਨਾਲ ਸੀ ਕਿ ਨਹੀਂ ਸੀ? ਔਰ ਇਸ ਬੰਦੇ ਦੀ ਫੋਟੋ ਇੱਕ ਆਪ, ਉਹ ਮੇਰੇ ਮੁੰਡੇ ਨੂੰ ਕਹੀਓ ਫੋਨ ਦਵੇ ਜੀ, ਉਹ ਫੋਟੋਆਂ ਦਿਖਾਵੇ ਜੀ,
ਸਾਰੀਆਂ ਫੋਟੋ ਭਾਜਪਾ ਦੇ ਵੱਡੇ ਵੱਡੇ ਆਗੂ ਨਾਲ, ਹੇਮਾ ਮਾਲਿਨੀ ਨਾਲ ਉਹਦੀ ਫੋਟੋ, ਧਰਮਿੰਦਰ ਜੀ ਨਾਲ ਉਹਦੀ ਫੋਟੋ, ਸਨੀ ਦਿਓਲ ਨਾਲ ਉਹਦੀ ਫੋਟੋ, ਮਤਲਬ ਸਾਰੇ ਲੀਡਰ ਭਾਜਪਾ ਨਾਲ ਫੋਟੋ, 1000 ਫੋਟੋ ਨਿਕਲ ਆਈਆਂ। ਇਸ ਲਈ ਇਹਦੇ 'ਚ ਸਪਸ਼ਟੀਕਰਨ ਹੁਣ ਰਹਿ ਨਹੀਂ ਗਿਆ। ਮਗਰ ਅਫਸੋਸ ਦੀ ਗੱਲ ਹੈ, ਜਿਨ੍ਹਾਂ ਨੂੰ ਅੰਨਦਾਤਾ ਦੀ ਗੱਲ ਕਰਨੀ ਚਾਹੀਦੀ ਸੀ, ਉਹਨਾਂ ਦੇ ਸਾਥੀਆਂ ਨੇ ਅੰਨਦਾਤਾ ਨਾਲ ਬਹੁਤ ਵੱਡਾ ਗਦਾਰੀ ਤੇ ਧੋਖਾ ਕੀਤਾ। ਦੇਸ਼ ਤੇ ਦੁਨੀਆ ਦੇ ਲੋਕ ਕਦੇ ਉਹਨਾਂ ਨੂੰ ਮਾਫ ਨਹੀਂ ਕਰਨਗੇ, ਕਿਉਂਕਿ ਆਹ ਦੇਖੋ, ਆਹ ਫੋਟੋ, ਇਹ ਫੋਟੋ ਹੀ ਸਭ ਕੁਝ ਬਿਆਨ ਕਰ ਰਹੀ ਆ। ਔਰ ਇੱਕ ਫੋਟੋ ਨਹੀਂ ਆ, ਉਹਨੂੰ ਕਹ ਬਾਕੀਆਂ ਫੋਟੋ ਵੀ ਦੇ ਦਿਖਾ। ਕਿੰਨੀਆਂ ਫੋਟੋਆਂ ਨੇ ਇਹ ਦੀਆਂ, ਸਾਰੀਆਂ ਉਹਨਾਂ ਦੀਆਂ ਆਪਣੀਆਂ, ਸਾਰੇ ਪਿਆ ਪਰਿਵਾਰ ਨਾਲ। ਉਹ ਬੰਦਾ ਜਿਹੜਾ ਆਪ ਹੀ ਗੁਰਸਿੱਖ ਨਾ ਹੋਵੇ, ਉਹਨੇ ਸਾਰਾ ਛੜਯੰਤਰ ਰਚਿਆ, ਸਾਰੇ ਦੇਸ਼ ਦਾ ਉਹਨੇ, ਮੈਂ ਸਮਝਦਾ ਬੜਾ ਵੱਡਾ ਅਪਮਾਨ ਕੀਤਾ, ਔਰ ਕਿਸਾਨੀ ਦਾ ਬਹੁਤ ਵੱਡਾ ਧੋਖਾ। ਇਹ ਵੇਖੋ ਜੀ, ਬਹੁਤ ਦੁੱਖ ਵਾਲੀ ਗੱਲ ਆ। ਇੱਕ ਹੋਣਹਾਰ ਬੇਟਾ ਮਾਪਿਆਂ ਦਾ, ਕਿਰਨਵੀਰ ਸਿੰਘ ਜੀ ਸਨ ਆਫ ਬਲਕਾਰ ਸਿੰਘ ਜੀ, ਪਿੰਡ ਕੁਰਕਵਿੰਡ, ਇਹ ਪਿਛਲੇ ਜਦੋਂ ਕਾਲੇ ਕਾਨੂੰਨਾਂ ਦਾ ਮੋਰਚਾ ਚੱਲ ਰਿਹਾ, ਲਗਾਤਾਰ ਸੰਘਰਸ਼ ਦੇ ਵਿੱਚ ਰਿਹਾ, ਤੇ ਜਦੋਂ 27 ਨਵੰਬਰ ਨੂੰ ਵੀ ਜਥਾ ਭੇਜਿਆ, ਉਦੋਂ ਵੀ ਇਹ 15-16 ਦਿਨ ਜਿਹੜਾ ਦਿੱਲੀ ਲਾ ਕੇ ਆਇਆ। ਹੁਣ ਵੀ ਤਰਨਤਾਰਨ ਜ਼ਿਲ੍ਹੇ ਦੀ 20 ਤਰੀਕ ਨੂੰ ਡਿਊਟੀ ਲੱਗੀ ਸੀ ਤੇ ਦਿੱਲੀ ਮੋਰਚੇ ਦੇ ਵਿੱਚ ਗਿਆ ਸੀ। ਉੱਥੇ 24 ਤਰੀਕ ਨੂੰ ਇਹਨੂੰ ਠੰਡ ਲੱਗਣ ਕਾਰਨ ਜਿਹੜਾ ਵਾ ਉੱਥੇ ਨਾਲ ਸੇਵਾ ਪਾਣੀ ਕਰਦਾ ਰਿਹਾ, ਨਾਲ ਡਿਊਟੀ ਦਿੰਦਾ ਰਿਹਾ, ਤੇ ਉੱਥੇ ਇਹਦੀ ਤਬੀਅਤ ਵਿਗੜ ਗਈ ਆ। ਜਦੋਂ ਇਹਦੀ ਤਬੀਅਤ ਵਿਗੜੀ ਆ ਤੇ ਫਿਰ ਉੱਥੇ ਥੋੜ੍ਹਾ ਬਹੁਤਾ ਇਲਾਜ ਮਾੜਾ ਮੋੜ ਜਾ, ਉੱਥੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈਗਾ। ਉੱਥੋਂ ਫਿਰ ਜਿਹੜਾ ਵਾ 25 ਤਰੀਕ ਨੂੰ ਇਹਨੂੰ ਭੇਜਿਆ ਗਿਆ ਵਾ ਵੀ ਚੱਲ ਉੱਥੇ ਜਾ ਕੇ ਪੰਜਾਬ ਦੇ ਵਿੱਚ ਇਹਦਾ ਇਲਾਜ ਕਰਾਵਾਂਗੇ। 26 ਤਰੀਕ ਨੂੰ ਇੱਥੇ ਲਿਆਂਦਾ ਤੇ ਆ ਇਲਾਜ ਕਰਾਉਣ ਦੇ ਬਾਵਜੂਦ ਵੀ ਜਿਹੜੀ 27 ਤਰੀਕ ਨੂੰ ਇਹਦੀ ਡੈਥ ਹੋਈ। ਇਹ ਕਿੰਨੀ ਹੀ ਉਮਰ ਇਹਦੀ ਪ੍ਰਧਾਨ ਜੀ, ਤੇ ਘਰ ਦੀ ਕਿੱਦਾਂ ਦੀ ਹਾਲਤ ਆ, ਆਰਥਿਕ ਹਾਲਤ ਕਿੱਦਾਂ ਦੀ ਕਰਦੀ ਇਹਨਾਂ ਦੀ? ਹਾਲਤ ਇਹਦੀ ਜੀ, ਇਹ 2 ਭਾਈ ਆ ਤੇ ਇੱਕ ਇਹਨਾਂ ਦੀ ਭੈਣ ਆ। ਹਾਲਤ ਜਿਹੜੀ ਆ, ਬਿਲਕੁਲ ਉਹ ਛੋਟਾ ਕਿਸਾਨ ਹੈ, 1.5 ਏਕੜ ਦਾ ਮਾਲਕ ਆ, ਤੇ ਬਹੁਤ ਮੰਨ ਲਓ ਜਿਹੜਾ ਵਾ ਗਰੀਬੀ ਦਾਵੇ ਵਾਲਾ ਹੀ ਕੰਮ ਆ। ਬਹੁਤ ਹਾਲਤ ਜਿਹੜੀ ਆ। ਕਿੰਨੀ ਉਮਰ ਇਸ ਨੌਜਵਾਨ ਦੀ? ਇਹਨਾਂ ਦੀ 22-23 ਸਾਲ ਦੀ ਉਮਰ ਆ। ਕਿਹੜੀ ਜਥੇਬੰਦੀ ਨਾਲ ਵਿਚਰ ਰਹੇ ਸੀ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ। ਹੋਰ ਕੋਈ? ਅਸੀਂ ਇਹ ਮੰਗ ਕਰਦੇ ਸਰਕਾਰ ਤੋਂ, ਮੋਦੀ ਦੀ ਸਰਕਾਰ ਤੋਂ, ਵੀ ਇਹ ਕਾਲੇ ਕਾਨੂੰਨ ਛੇਤੀ ਤੋਂ ਛੇਤੀ ਵਾਪਸ ਕੀਤੇ ਜਾਣ, ਇਹਨੂੰ ਰੱਦ ਕੀਤਾ ਜਾਵੇ। ਜਿਹੜੀਆਂ ਇੰਨੀਆਂ ਮੌਤਾਂ ਹੋ ਗਈਆਂ ਵਾ, ਰੋਜ਼ ਦੇ ਰੋਜ਼ ਜਿਹੜੇ ਕਿਸਾਨ ਉੱਥੇ ਜਿਹੜੇ ਆ ਆਪਣੀਆਂ ਜਾਨਾਂ ਗਵਾ ਰਹੇ ਆ, ਤੇ ਸਰਕਾਰ ਅਜੇ ਜਿਹੜੀ ਆ ਇਸ ਗੱਲ 'ਤੇ ਧਿਆਨ ਨਹੀਂ ਦੇ ਰਹੀ। ਤੇ ਇਸ ਪਰਿਵਾਰ ਨੂੰ ਵੀ ਜਿਹੜਾ ਵਾ, ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਮੁਆਵਜ਼ਾ ਦੇਣਾ ਚਾਹੀਦਾ ਇਹਨਾਂ ਦਾ। ਹੋਰ ਤੇ ਕੋਈ ਸਹਾਇਤਾ ਕਰ ਨਹੀਂ ਸਕਦੀ ਸਰਕਾਰ। ਇਹਨਾਂ ਨੂੰ ਮੁਆਵਜ਼ਾ ਕਰਕੇ ਉਹ ਜਿਹੜੇ ਵਿਚਾਰਾ ਗਰੀਬ ਮਾਤਾ ਪਿਤਾ ਵਾ, ਉਹਨਾਂ ਦੀ ਗਾਂ ਜਿਹੜੀ ਥੋੜੀ ਬਹੁਤੀ ਜ਼ਿੰਦਗੀ ਬਚੀ ਖੁਸ਼ੀ ਆ, ਉਹ ਕਿਤੇ ਮਾੜੇ ਮੋੜ ਸਾਹ ਜਿਹੜੇ ਆ ਆਪਦੇ ਹੌਕਿਆਂ ਦੇ ਲੰਘਣੇ ਆ, ਉਹ ਕਿਤੇ ਥੋੜੇ ਬਹੁਤੇ ਸਰਕਾਰ ਵੀ ਇਹਦੇ 'ਚ ਸਾਥ ਦੇਵੇ। ਤੇ ਇਹਦਾ ਜਿਹੜਾ ਵਾ, ਇਹ ਭਰਪਾਈ ਤੇ ਹੋ ਨਹੀਂ ਸਕਦੀ, ਕਿਉਂਕਿ ਮੌਤ ਜਿਹੜੀ ਹੋ ਗਈ ਆ ਕਿਸੇ ਦਾ, ਜਦੋਂ ਬੰਦਾ ਚਲੇ ਜਾਂਦਾ ਵਾ, ਉਹਦੀ ਤੇ ਭਰਪਾਈ ਨਹੀਂ ਹੋ ਸਕਦੀ। ਪਰ ਸਰਕਾਰ ਜਿਹੜੀ ਇਹਦਾ ਜੋ ਮੁਆਵਜ਼ਾ ਦੇਵੇ ਤੇ ਇਹਨਾਂ ਦਾ ਕਰਜ਼ਾ ਕੁਰਜ਼ਾ ਜਿਹੜਾ ਖਤਮ ਕਰੇ, ਕਿਉਂਕਿ ਸਰਕਾਰ ਦੀ ਬਦੌਲਤ ਹੀ ਜਿਹੜੀ ਆ ਇਹ ਮੌਤ ਹੋਈ ਆ। ਕੀ ਨਾਮ ਵੀਰ ਜੀ ਤੁਹਾਡਾ, ਕਿਹੜਾ ਪਿੰਡ ਜੀ? ਮੇਰਾ ਨਾਮ ਜੀ ਬਲਬੀਰ ਸਿੰਘ ਆ, ਪਿੰਡ ਮੇਰਾ ਕੁਰਕਵਿੰਡ ਆ। ਇਹ ਜਿਹੜੀ ਨੌਜਵਾਨ ਦੀ ਡੈਥ ਹੋ ਗਈ ਆ, ਕੀ ਕਹਿਣਾ ਚਾਹੁੰਦੇ ਜੀ ਸੰਘਰਸ਼ ਦੇ ਵਿੱਚ? ਕਹਿਣਾ ਇਹਦੇ ਬਾਰੇ ਕੀ, ਬਹੁਤ ਹੀ ਮਾੜਾ ਹੋਇਆ ਵਾ। ਇਹ ਪਰਿਵਾਰ ਨਾਲ ਆਪਦਾ ਗੁਜ਼ਾਰਾ ਕਰਨ ਦਾ ਸੀ, ਇਹੋ ਮੁੰਡਾ ਕਮਾਈ ਕਰਦਾ ਸੀ। ਇਹ ਜੀ 20 ਤਰੀਕ ਨੂੰ ਅਸੀਂ ਇੱਥੋਂ ਤੁਰੇ ਹਾਂ, ਉਦੋਂ ਜਾਲਪੁਰ ਤੋਂ ਇਕੱਠੇ ਹੋ ਗਏ, ਤੇ ਮੁੜ ਕੇ 21 ਦੀ ਰਾਤ ਅਸੀਂ ਰਾਹ ਸ਼ਾਹਬਾਦ ਰਹੇ ਹਾਂ, ਤੇ ਇਹਨਾਂ 21 ਨੂੰ ਸ਼ਾਮ ਨੂੰ ਪਹੁੰਚ ਗਏ ਹਾਂ। ਤੇ ਮੁੜ ਕੇ ਫਿਰ 2 ਦਿਨ ਇਹ ਉੱਥੇ ਕੋਈ ਬਜ਼ੁਰਗ ਬੰਦੇ ਨਾਲ ਹੀ ਸਾਡੇ ਟਰਾਲੀਆਂ ਦੇ ਵਿੱਚ, ਉਹਨਾਂ ਵਿਚਾਰਿਆਂ ਦੀ ਸੇਵਾ ਕਰਦਾ ਰਿਹਾ, ਜਲ ਪਾਣੀ ਛਕਾਉਂਦਾ ਰਿਹਾ, ਨਾਲ ਸੰਘਰਸ਼ ਦੇ ਵਿੱਚ ਜੋ ਵੀ ਉੱਥੇ ਵੀ ਬੜਾ ਸਾਥ ਦਿੱਤਾ ਵਿਚਾਰੇ। ਤੇ ਫਿਰ ਇਹ 24 ਤਰੀਕ ਨੂੰ ਨਾ ਕੋਈ ਤੇ ਦਰਦ ਹੋਣ ਲੱਗ ਪਈ ਉੱਥੇ ਨਾਲ ਹੀ ਸਾਡੇ, ਕੋਈ ਲੱਕ ਦੇ ਵਿੱਚ, ਪੇਟ ਦੇ ਵਿੱਚ। ਫਿਰ ਉੱਥੋਂ ਅਸੀਂ ਦਵਾਈ ਇਹਨੂੰ, ਤੇ ਉਹਦੇ ਨਾਲ ਕੋਈ ਜਿਹੜਾ ਫਰਕ ਆ ਉਹ ਨਹੀਂ ਪੈ ਰਿਹਾ। ਫਿਰ ਅਸੀਂ ਇਹਨੂੰ ਮੁੜ ਕੇ ਪਿੰਡ ਭੇਜ ਦਿੱਤਾ। ਫਿਰ ਇੱਥੇ ਆ ਕੇ ਇਹਨਾਂ ਵੀ ਦਵਾਈ ਆ, ਤੇ ਮੁੜ ਕੇ ਇਹਦੀ ਕੱਲ ਡੈਥ ਹੋ ਗਈ। ਇਹ ਕਿੰਨੇ ਦਿਨ ਵੀਰ ਜੀ ਸੰਘਰਸ਼ 'ਚ ਲਾ ਗਿਆ ਉੱਥੇ? ਇਹ ਜੀ ਸੰਘਰਸ਼ ਦੇ ਵਿੱਚ ਜਦੋਂ ਪਹਿਲਾ ਜਥਾ ਗਿਆ, ਉਦੋਂ 16-17 ਦਿਨ ਲਾ ਕੇ ਆਇਆ ਇਹ। ਮੁੜ ਕੇ ਫਿਰ ਉਹ ਜਥੇਬੰਦੀ ਰੁਟੀਨ ਦੇ ਨਾਲ ਚੱਲਦੀ ਸੀ, ਵੀ ਮਤਲਬ ਕੋਈ ਇੱਕ ਜਥਾ ਆ ਜਾਂਦਾ, ਇੱਕ ਚਲੇ ਜਾਂਦਾ ਸੀ। ਫਿਰ ਉਹ ਜਥੇ ਨਾਲ ਆ ਕੇ ਹੁਣ ਦੂਰੀ ਵਾਰੀ ਫਿਰ 20 ਤਰੀਕ ਨੂੰ ਉਦੋਂ ਅਸੀਂ ਇੱਥੋਂ ਤੁਰੇ ਆ। ਜਦੋਂ ਉੱਥੇ ਇਹਨਾਂ ਦੀ ਤਬੀਅਤ ਢਿੱਲੀ ਹੋਈ, ਉੱਥੇ ਮੈਡੀਸਨ ਦਵਾਉਣ ਦੀ ਕੋਸ਼ਿਸ਼ ਕੀਤੀ? ਹਾਂਜੀ, ਮੈਡੀਸਨ ਦਵਾਈ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ, ਕਿ ਅਸੀਂ ਕਿਹਾ ਕਿ ਮਾਮੂਲੀ ਆ, ਥੋੜੀ ਬਹੁਤ ਦਰਦ ਆ ਤੇ ਹਟ ਜਾਏਗੀ। ਫਿਰ ਅਸੀਂ ਦਵਾਈ ਕੋਸ਼ਿਸ਼ ਕੀਤੀ, ਜਦੋਂ ਫਿਰ ਜ਼ਿਆਦਾ ਨਹੀਂ ਸੀ, ਮੁੜ ਕੇ ਇਹਦੇ ਜਾਈ ਦਰਦ ਹੋਣ ਲੱਗੀ। ਫਿਰ ਸਾਡੇ ਇੱਥੋਂ ਪਿੰਡ ਹੀ ਆਉਣਾ ਸੀ, ਇੱਥੇ ਸਾਡੇ ਲਾਗੇ ਦੇ ਹੀ ਬੰਦੇ, ਫਿਰ ਉਹਨਾਂ ਦੇ ਨਾਲ ਅਸੀਂ ਭੇਜ ਦਿੱਤਾ। ਫਿਰ ਇੱਥੇ ਆ ਕੇ ਇਹਨਾਂ ਇਲਾਜ ਕਰਾਇਆ, ਤੇ ਫਿਰ ਜਿਹੜੇ ਆ ਨਹੀਂ ਕੰਮ ਵਿਗੜ ਗਿਆ, ਡੈਥ ਹੋ ਗਈ ਆ। ਬਹੁਤ ਹੀ ਮੰਦਭਾਗੀ ਆ ਜਿਹੜੀ ਇਹ ਗੱਲ ਹੋਈ ਆ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ, ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।